Kanchan Outlook। ਅਸੀਂ ਅਕਸਰ ਇਸ ਗੱਲ ਦੇ ਬਾਰੇ ਦੇ ਵਿੱਚ ਸੁਣਿਆ ਹੋਵੇਗਾ ਕਿ ਸੱਪ ਤੇ ਲੰਘ ਗਿਆ, ਬਾਅਦ ਦੇ ਵਿੱਚ ਉਹਦੀ ਲੀਹ ਕੁੱਟਣ ਦਾ ਕੀ ਫਾਇਦਾ। ਕੁਝ ਇਸ ਪ੍ਰਕਾਰ ਦੀ ਹੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 381ਵੇਂ ਅੰਗ ਤੇ ਵਿਰਾਜਮਾਨ ਪਹਿਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਕਰਦੇ ਨੇ। ਗੱਲ ਢੁਕਦੀ ਹੈ ਉਹਨਾਂ ਲੋਕਾਂ ਤੇ ਜੋ ਸਿਰਫ ਵਿਖਾਵੇ ਮਾਤਰ ਧਾਰਮਿਕ ਕਾਰਜ ਕਰਦੇ ਨੇ। ਉਹ ਕੀ ਖੱਟਦੇ ਨੇ ਤੇ ਕੀ ਖੱਟਣ ਤੋਂ ਵਾਂਝੇ ਰਹਿ ਜਾਂਦੇ ਨੇ, ਇਹ ਅਸੀਂ ਇਸ ਸ਼ਬਦ ਦੇ ਰਾਹੀਂ ਜਾਣਾਂਗੇ। ਦੂਸਰਾ ਵਰਤਾਰਾ ਜੇ ਤੁਸੀਂ ਵੇਖਿਆ ਨਹੀਂ ਤੇ ਉਹਦੇ ਬਾਰੇ 'ਚ ਸੁਣਿਆ ਜ਼ਰੂਰ ਹੋਵੇਗਾ ਕਿ ਕਈ ਲੋਕ ਨੱਚ ਨੱਚ ਕੇ ਪ੍ਰਮਾਤਮਾ ਨੂੰ ਖੁਸ਼ ਕਰਨ ਦੀ, ਦੇਵੀ ਦੇਵਤਿਆਂ ਨੂੰ, ਆਪਣੇ ਇਸ਼ਟ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੀ ਮਾਨਤਾ ਹੈ ਕਿ ਨੱਚਣ ਦੇ ਨਾਲ, ਨਾਚ ਕਰਨ ਦੇ ਨਾਲ ਉਹਨਾਂ ਦਾ ਜੋ ਵੀ ਇਸ਼ਟ ਹੈ ਉਹ ਖੁਸ਼ ਹੋ ਜਾਂਦਾ ਹੈ। ਗੁਰੂ ਸਾਹਿਬ ਸਾਨੂੰ ਦੱਸਦੇ ਨੇ ਕਿ ਜੋ ਪ੍ਰਮਾਤਮਾ ਦੇ ਭਗਤ ਹਨ ਉਹ ਇਹ ਨਾਚ ਕਿਸ ਪ੍ਰਕਾਰ ਕਰਦੇ ਨੇ। ਤੀਸਰੀ ਸਿੱਖਿਆ ਜੋ ਅੱਜ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਸਿੱਖਣੀ ਹੈ ਉਹ ਇਸ ਵਰਤਾਰੇ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਮਾਇਆ ਦੀ ਬੁਨਿਆਦ ਦੇ ਉੱਪਰ ਖੜਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਜੇ ਅਸੀਂ ਆਪਣੇ ਜੀਵਨ ਨੂੰ ਇੱਕ ਘਰ, ਇੱਕ ਮਹਿਲ ਮੰਨ ਲਈਏ ਤਾਂ ਉਹਦੀ ਬੁਨਿਆਦ, ਉਹਦੀਆਂ ਕੰਧਾਂ, ਉਹਦੀਆਂ ਥੰਮੀਆਂ ਅਸੀਂ ਮਾਇਆ ਨੂੰ ਹੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਸਾਹਿਬ ਸਾਨੂੰ ਰਸਤਾ ਦਿਖਾਉਂਦੇ ਨੇ ਕਿ ਮਾਇਆ ਦੀਆਂ ਥੰਮੀਆਂ ਤੋਂ ਬਿਨਾਂ ਵੀ ਅਸੀਂ ਕਿੰਜ ਆਤਮਿਕ ਜੀਵਨ ਦਾ ਛੱਪਰ ਬਣਾ ਸਕਦੇ ਹਾਂ, ਖੜਾ ਕਰ ਸਕਦੇ ਹਾਂ। ਵੀਡੀਓ ਚੰਗੀ ਲੱਗੇ, ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਅੰਗ ਦੀ ਬਾਣੀ ਦੀ ਵਿਆਖਿਆ। ਆਸਾ ਮਹਿਲਾ ਪੰਜਵਾਂ। ਬਾਹਰ ਧੋਏ ਅੰਤਰ ਮਨ ਮੈਲਾ, ਦੋਈ ਠੌਹਰ ਆਪਣੇ ਖੋਏ। ਇਹਾਂ ਕਾਮ ਕ੍ਰੋਧ ਮੋਹਿ ਵਿਆਪਿਆ, ਆਗੈ ਮੁਸ ਮੁਸ ਰੋਏ। ਜਿਹੜੇ ਮਨੁੱਖ ਤੀਰਥ ਆਦਿਕਾਂ ਤੇ ਨਿਰਾ ਪਿੰਡਾ ਧੋ ਲੈਂਦੇ ਨੇ ਤੇ ਆਪਣੇ ਅੰਦਰਲਾ ਜੋ ਮਨ ਹੈ ਉਹਨੂੰ ਵਿਕਾਰਾਂ ਦੀ ਵਿੱਚ ਮੈਲਾ ਹੀ ਰੱਖਦੇ ਨੇ। ਸਰੀਰ ਧੋ ਲੈਂਦੇ ਨੇ, ਮਨ ਨੂੰ ਸਾਫ਼ ਕਰਨ ਦੇ ਵੱਲ ਧਿਆਨ ਨਹੀਂ ਦਿੰਦੇ। ਉਹ ਆਪਣਾ ਲੋਕ ਤੇ ਪਰਲੋਕ ਦੋਨੋਂ ਹੀ ਗਵਾ ਲੈਂਦੇ ਨੇ। ਲੋਕ ਇਸ ਪ੍ਰਕਾਰ ਗਵਾਉਂਦੇ ਨੇ ਕਿ ਇਸ ਜਨਮ ਦੇ ਵਿੱਚ ਇਹ ਜੋ ਸਮਾਂ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਉਹ ਗੁਜ਼ਾਰ ਸਕਦੇ ਸੀ, ਆਪਣੇ ਆਤਮਿਕ ਜੀਵਨ ਨੂੰ ਉੱਚਾ ਚੁੱਕਣ ਦੇ ਵਿੱਚ ਉਹ ਗੁਜ਼ਾਰ ਸਕਦੇ ਸੀ, ਉਹਨੂੰ ਤੀਰਥਾਂ ਦੇ ਵਿਅਰਥ ਗਵਾ ਰਹੇ ਨੇ। ਤੇ ਪਰਲੋਕ ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਮਾੜਾ ਸਮਾਂ ਆਉਣਾ ਤਾਂ ਤੀਰਥਾਂ ਦੇ ਉੱਪਰ ਨਹਾਏ ਹੋਏ ਨੇ, ਸਰੀਰ ਨੂੰ ਸਾਫ਼ ਕੀਤੇ ਨੇ, ਉਹਨਾਂ ਦਾ ਸਾਥ ਨਹੀਂ ਦੇਣਾ। ਮਨ ਦੇ ਅੰਦਰ ਜੋ ਵਿਕਾਰ ਪਲ ਰਹੇ ਨੇ ਉਹ ਉਹਨਾਂ ਨੂੰ ਤੰਗ ਜ਼ਰੂਰ ਕਰਨਗੇ। ਸੋ ਲੋਕ ਵੀ ਗਵਾ ਲੈਂਦੇ ਨੇ, ਪਰਲੋਕ ਵੀ, ਦੋਨੇ ਹੀ ਟਿਕਾਣੇ ਆਪਣੇ ਖੋ ਲੈਂਦੇ ਨੇ। ਦੂਸਰੀ ਗੱਲ, ਇਸ ਲੋਕ ਦੇ ਵਿੱਚ ਰਹਿੰਦਿਆਂ ਉਹ ਕਾਮ ਵਾਸ਼ਨਾ ਦੇ ਵਿੱਚ, ਕ੍ਰੋਧ ਦੇ ਵਿੱਚ, ਮੋਹ ਦੇ ਵਿੱਚ ਫਸੇ ਰਹਿੰਦੇ ਨੇ। ਜਦੋਂ ਉਹਨਾਂ ਦਾ ਜੀਵਨ ਸੁਖਾਲਾ ਚੱਲ ਰਿਹਾ ਤਾਂ ਇਸ ਪ੍ਰਕਾਰ ਦੇ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ। ਤੇ ਜਦੋਂ ਮਾੜਾ ਸਮਾਂ ਆਉਂਦਾ ਹੈ ਉਸ ਵਕਤ ਉਹਨਾਂ ਦੇ ਆਤਮਿਕ ਜੀਵਨ ਦੇ ਵਿੱਚ ਉਸ ਮਾੜੇ ਸਮੇਂ ਦਾ ਟਾਕਰਾ ਕਰਨ ਦੇ ਲਈ ਕੋਈ ਸਿੱਖਿਆ, ਕੋਈ ਵਿੱਦਿਆ, ਕੋਈ ਕਲਾ ਨਹੀਂ ਹੁੰਦੀ, ਕੋਈ ਸਿਆਣਪ ਨਹੀਂ ਹੁੰਦੀ। ਤੇ ਫਿਰ ਉਹ ਕੀ ਕਰਨ ਜੋਗੇ ਰਹਿ ਜਾਂਦੇ ਨੇ? ਆਗੈ ਮੁਸ ਮੁਸ ਰੋਏ, ਹਟਕੋਰੇ ਲੈ ਲੈ ਕੇ ਰੋਣ ਜੋਗੇ ਰਹਿ ਜਾਂਦੇ ਨੇ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣੀ ਡੋਰਾ ਰਹਾਓ। ਪ੍ਰਮਾਤਮਾ ਦਾ ਭਜਨ ਕਰਨ ਵਾਲੀ ਅਕਲ ਗੁਰੂ ਜੀ ਕਹਿੰਦੇ ਹੋਰ ਕਿਸਮ ਦੀ ਹੁੰਦੀ ਹੈ, ਉਹ ਵਿਖਾਵਾ ਨਹੀਂ ਹੁੰਦਾ। ਜੋ ਪ੍ਰਮਾਤਮਾ ਦੀ ਭਗਤੀ ਕਰਦੇ ਨੇ, ਭਜਨ ਕਰਦੇ ਨੇ, ਉਹ ਆਪਣੇ ਘਰ ਦੇ ਅੰਦਰ ਬੈਠੇ ਵੀ ਕਰਦੇ ਹੋ ਸਕਦੇ ਨੇ, ਉਹ ਵਿਖਾਵਾ ਨਹੀਂ ਕਰਦੇ। ਜੇ ਮਨੁੱਖ ਪ੍ਰਮਾਤਮਾ ਦਾ ਨਾਮ ਨਹੀਂ ਸੁਣਦਾ, ਨਾਮ ਵੱਲੋਂ ਬੋਲਾ ਰਹਿੰਦਾ ਤੇ ਧਾਰਮਿਕ ਕਾਰਜ ਕਰਦਾ, ਵਿਖਾਵੇ ਕਰਦਾ, ਤਾਂ ਉਹ ਇੰਝ ਹੀ ਆ ਜਿਵੇਂ ਸੱਪ ਦੀ ਖੁੱਡ ਜਾਂ ਲੀਹ ਨੂੰ ਕੁੱਟਿਆ ਜਾਵੇ ਪਰ ਸੱਪ ਨੂੰ ਨਾ ਮਾਰਿਆ ਜਾਵੇ। ਕਹਿਣ ਤੋਂ ਭਾਵ ਕਿ ਵਿਖਾਵੇ ਵਜੋਂ ਧਾਰਮਿਕ ਕਾਰਜ ਕੀਤਿਆਂ ਤੁਹਾਡੇ ਆਤਮਿਕ ਜੀਵਨ ਨੂੰ ਕੋਈ ਵੀ ਤਾਕਤ ਨਹੀਂ ਮਿਲਦੀ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ, ਵੇਦ ਸ਼ਾਸਤਰ ਕੋ ਤਰਕ ਨ ਲਾਗਾ, ਤਤ ਜੋਗ ਨਾ ਪਛਾਨੈ। ਕਈ ਮਨੁੱਖ, ਖਾਸ ਕਰਕੇ ਜੋਗੀ ਆਦਿਕ, ਇੰਝ ਦੇ ਹੁੰਦੇ ਨੇ ਕਿ ਉਹ ਮਾਇਆ ਕਮਾਉਣ ਦਾ ਉਦਮ ਛੱਡ ਦਿੰਦੇ, ਦੁਨਿਆਵੀ ਮਾਇਆ ਨੂੰ ਕਮਾਉਣ ਦਾ ਉਦਮ ਛੱਡ ਕੇ ਆਪਣੇ ਜਾਣੇ ਤਿਆਗੀ ਹੋ ਜਾਂਦੇ ਕਿ ਅਸੀਂ ਮਾਇਆ ਨੂੰ ਤਿਆਗ ਦਿੱਤਾ। ਕੰਮਕਾਰ ਛੱਡ ਕੇ ਪੈਸਾ ਕਮਾਉਣਾ ਛੱਡ ਦੇਣਾ ਤਿਆਗੀ ਹੋ ਜਾਣਾ ਨਹੀਂ ਹੈ।
ਕਿਉਂਕਿ ਮਾਇਆ ਸਿਰਫ ਪੈਸਾ ਹੀ ਨਹੀਂ, ਇੰਜ ਦੇ ਤਿਆਗੀ ਹੋ ਕੇ ਵੀ ਲੋਕ ਮੋਹ ਦੇ ਵਿੱਚ ਫਸੇ ਰਹਿੰਦੇ ਨੇ, ਕ੍ਰੋਧ ਦੇ ਵਿੱਚ ਫਸੇ ਰਹਿੰਦੇ ਨੇ, ਕਾਮ ਵਾਸ਼ਨਾ ਦੇ ਵਿੱਚ ਫਸੇ ਰਹਿੰਦੇ ਨੇ। ਜੇਕਰ ਤੁਸੀਂ ਇਸ ਪ੍ਰਕਾਰ ਦੇ ਝੂਠੇ ਤਿਆਗੀ ਹੋ, ਉਦਾਹਰਣ ਦੇ ਤੌਰ ਤੇ ਲੈ ਲਈਏ ਕਿ ਕੋਈ ਇਸ ਪ੍ਰਕਾਰ ਦਾ ਤਿਆਗੀ ਹੋ ਕੇ ਜੰਗਲਾਂ ਦੇ ਵਿੱਚ ਜਾ ਵਸਿਆ, ਕਿਸੇ ਇਕਾਂਤਵਾਸ ਦੇ ਵਿੱਚ ਜਾ ਵਸਿਆ, ਆਪਣੇ ਆਪ ਨੂੰ ਉਹ ਤਿਆਗੀ ਸਮਝ ਰਿਹਾ ਹੈ, ਪਰ ਉੱਥੇ ਹੀ ਜੇਕਰ ਉਹਦੇ ਕੋਲ ਆਪਣੀ ਕਾਮ ਵਾਸ਼ਨਾ ਨੂੰ ਸੰਤੁਸ਼ਟ ਕਰਨ ਦਾ ਕੋਈ ਮੌਕਾ ਆਉਂਦਾ ਹੈ ਤਾਂ ਕੀ ਉਹ ਉਸ ਮੌਕੇ ਨੂੰ ਸੰਭਾਲੇਗਾ ਜਾਂ ਨਹੀਂ? ਜੇ ਤੇ ਉਹਦੇ ਅੰਦਰ ਉਹ ਵਾਸ਼ਨਾ ਨਹੀਂ ਉੱਠੇਗੀ ਤਾਂ ਤੇ ਉਹ ਅਸਲੀ ਤਿਆਗੀ ਹੈ, ਨਹੀਂ ਤੇ ਢੋਂਗੀ ਹੈ। ਆਪਣੇ ਜਾਣੇ ਉਹਨੇ ਮਾਇਆ ਛੱਡੀ ਹੈ, ਪਰ ਅਸਲ ਦੇ ਵਿੱਚ ਛੱਡੀ ਨਹੀਂ ਹੈ। ਸਿਰਫ ਕੰਮ ਧੰਦੇ ਛੱਡ ਕੇ ਦੂਜਿਆਂ ਦੇ ਆਸਰੇ ਹੋ ਕੇ ਬੈਠ ਗਿਆ। ਸੋ ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣਾ। ਉਹਨੂੰ ਅਸਲ ਦੇ ਵਿੱਚ ਪਰਮਾਤਮਾ ਦੀ ਭਗਤੀ ਦੀ ਕਦਰ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਭਗਤੀ ਅਸਲ ਦੇ ਵਿੱਚ ਹੁੰਦੀ ਕੀ ਹੈ। ਵੇਦ ਸ਼ਾਸਤਰ ਕੋ ਤਰਕ ਨ ਲਾਗਾ, ਤਤ ਜੋਗ ਨਾ ਪਛਾਨਾ। ਵੇਦ ਸ਼ਾਸਤਰ ਆਦਿਕ ਧਾਰਮਿਕ ਪੁਸਤਕਾਂ ਨੂੰ ਸਿਰਫ ਬਹਿਸਾਂ ਦੇ ਵਿੱਚ ਵਰਤਣ ਦੇ ਲਈ ਉਹ ਪੜ੍ਹਨਾ ਸ਼ੁਰੂ ਕਰ ਦਿੰਦਾ। ਜੋ ਅਸਲੀਅਤ ਹੈ ਉਹਨੂੰ ਨਹੀਂ ਸਮਝਦਾ, ਪਰਮਾਤਮਾ ਦੇ ਮਿਲਾਪ ਨੂੰ ਨਹੀਂ ਸਮਝਦਾ। ਇਹਨਾਂ ਸ਼ਾਸਤਰਾਂ ਦੇ ਵਿੱਚ ਜੋ ਸਿੱਖਿਆਵਾਂ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਦਾ, ਉਹਨਾਂ ਨੂੰ ਸਮਝਦਾ ਨਹੀਂ। ਸਿਰਫ ਬਹਿਸ ਕਰਨ ਦੇ ਲਈ, ਤਰਕ ਕਰਨ ਦੇ ਲਈ ਉਹਨਾਂ ਸਿੱਖਿਆਵਾਂ ਨੂੰ ਵਰਤਦਾ ਹੈ, ਜੋ ਇੰਜ ਦਾ ਢੋਂਗੀ ਤਿਆਗੀ ਹੋਵੇ। ਉਗਰ ਗਿਆ ਜੈਸਾ ਖੋਟਾ ਟਬੂਆ, ਨਦਰ ਸ਼ਰਾਫਾ ਆਇਆ, ਅੰਤਰਜਾਮੀ ਸਭ ਕਿਛ ਜਾਣੈ, ਉਸ ਤੇ ਕਹਾਂ ਛਪਾਇਆ। ਅਸੀਂ ਸਾਰੇ ਜਾਣਦੇ ਹਾਂ ਕਿ ਨਕਲੀ ਰੁਪਏ, ਨਕਲੀ ਕਰੰਸੀ ਦੁਨੀਆ ਦੇ ਵਿੱਚ ਚੱਲਦੀ ਹੈ। ਹਰ ਕਿਸੇ ਨੂੰ ਜੋ ਨੋਟ ਹੁੰਦੇ ਨੇ ਉਹਨਾਂ ਦੇ ਪਛਾਣ ਦੇ ਚਿੰਨ੍ਹ ਨਹੀਂ ਪਤਾ ਹੁੰਦੇ, ਜਾਂ ਆਮ ਤੌਰ ਤੇ ਹਰ ਕੋਈ ਹਰ ਨੋਟ ਨੂੰ ਚੰਗੀ ਤਰ੍ਹਾਂ ਦੇ ਨਾਲ ਪੜਤਾਲਦਾ ਨਹੀਂ, ਕਿਉਂਕਿ ਇੱਕ ਯਕੀਨ ਹੈ ਕਿ ਸਾਹਮਣੇ ਵਾਲਾ ਸਾਨੂੰ ਅਸਲੀ ਕਰੰਸੀ ਹੀ ਦੇ ਰਿਹਾ ਹੋਵੇਗਾ। ਪਰ ਫਿਰ ਵੀ ਨਕਲੀ ਕਰੰਸੀ ਚੱਲਦੀ ਹੈ, ਬਥੇਰੇ ਲੋਕ ਧੋਖਾ ਖਾ ਜਾਂਦੇ ਨੇ। ਲੇਕਿਨ ਜਿਹੜਾ ਕੋਈ ਬੈਂਕ ਦਾ ਕਰਮਚਾਰੀ ਹੈ ਉਹ ਧੋਖਾ ਨਹੀਂ ਖਾਏਗਾ, ਉਹਨੂੰ ਨੋਟ ਫੜਦਿਆਂ ਹੀ ਪਤਾ ਚੱਲ ਜਾਂਦਾ ਹੈ। ਜੋ ਐਕਸਪਰਟ ਹੈ ਉਹਨੂੰ ਨੋਟ ਫੜਦਿਆਂ ਹੀ ਪਤਾ ਚੱਲ ਜਾਂਦਾ ਕਿ ਇਹ ਨਕਲੀ ਹੈ ਜਾਂ ਅਸਲੀ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਵੇਂ ਸ਼ਰਾਫੇ ਨੂੰ, ਸ਼ਰਾਫਾ ਉਹੀ ਐਕਸਪਰਟ ਜਿਹਨੂੰ ਕਿ ਕਰੰਸੀ ਦਾ ਪਤਾ ਹੈ, ਉਹਨੂੰ ਖੋਟੇ ਰੁਪਏ ਦਾ, ਨਕਲੀ ਕਰੰਸੀ ਦਾ ਖੋਟ ਪ੍ਰਤੱਖ ਦਿਸ ਪੈਂਦਾ ਹੈ, ਉਸੇ ਪ੍ਰਕਾਰ ਹੀ ਜੋ ਧਾਰਮਿਕ ਭੇਖੀ ਨੇ ਉਹ ਬੇਸ਼ੱਕ ਜਗਤ ਨੂੰ ਧੋਖਾ ਦੇ ਦੇਣ ਪਰ ਪਰਮਾਤਮਾ ਨੂੰ ਧੋਖਾ ਨਹੀਂ ਦੇ ਸਕਣਗੇ। ਅੰਤਰਜਾਮੀ ਸਭ ਕੁਛ ਜਾਣੈ, ਉਸ ਤੇ ਕਹਾਂ ਛਪਾਇਆ। ਉਹਦੇ ਤੋਂ ਨਹੀਂ ਛਪਾ ਸਕਦੇ, ਉਹ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਕੂੜ ਕਪਟ ਬੰਚ ਨਿਮੁਨਿਆਦਾ, ਬਿਨਸ ਗਿਆ ਤਤਕਾਲੇ, ਸਤ 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 ਨਾਨਕ ਕਹਿਆ, ਆਪਣਾ ਹਿਰਦਾ ਦੇਖ ਸੰਭਾਲੇ। ਮਨੁੱਖ ਦੀ ਜ਼ਿੰਦਗੀ ਚਾਰ ਰੋਜ਼ਾ ਹੈ, ਭਾਵ ਕਿ ਥੋੜ ਚਿਰੀ ਹੈ। ਸਦਾ ਲਈ ਕੋਈ ਵੀ ਜੀਵਤ ਨਹੀਂ ਰਹਿੰਦਾ। ਸਰੀਰ ਦੀ ਮੌਤ ਨਿਸ਼ਚਿਤ ਹੈ, ਕਿਸੇ ਦੀ ਪਹਿਲਾਂ ਕਿਸੇ ਦੀ ਮਗਰੋਂ, ਕੋਈ ਛੋਟੀ ਉਮਰ ਭੋਗਦਾ, ਕੋਈ ਵੱਡੀ ਭੋਗਦਾ, ਪਰ ਅਮਰ ਕੋਈ ਵੀ ਨਹੀਂ ਹੈ। ਮਰਨਾ ਹਰ ਇੱਕ ਨੇ, ਲੇਕਿਨ ਆਤਮਿਕ ਤੌਰ ਤੇ ਲੋਕ ਬਹੁਤ ਪਹਿਲਾਂ ਹੀ ਮਰ ਜਾਂਦੇ ਨੇ। ਇੱਕ ਇਨਸਾਨ ਜੋ 80 ਸਾਲ ਦਾ ਵੀ ਹੋ ਚੁੱਕਿਆ ਹੈ, ਸਰੀਰਕ ਤੌਰ ਤੇ ਜੀਵਤ ਹੈ, ਪਰ ਇਹ ਨਹੀਂ ਪਤਾ ਕਿ ਆਤਮਿਕ ਤੌਰ ਤੇ ਉਹ ਉਦੋਂ ਹੀ ਮਰ ਗਿਆ ਸੀ ਜਦੋਂ ਉਹ 15 ਸਾਲਾਂ ਦਾ ਸੀ। ਜਦੋਂ ਇਨਸਾਨ ਮਾਇਆ ਦੇ ਮੋਹ ਵਿੱਚ ਫਸ ਗਿਆ, ਸਮਝੋ ਆਤਮਿਕ ਤੌਰ ਤੇ ਮਰ ਗਿਆ। ਜੀਵਨ ਉਂਝ ਵੀ ਬੇਸ਼ੱਕ ਨਿਮੁਨਿਆਦਾ ਹੈ, ਬੇਬੁਨਿਆਦ ਹੈ, ਪੱਕਾ ਨਹੀਂ ਹੈ, ਪੱਕੇ ਤੌਰ ਤੇ ਰਹਿਣ ਵਾਲਾ ਨਹੀਂ ਹੈ, ਪਰ ਆਤਮਿਕ ਤੌਰ ਤੇ ਲੋਕ ਸਰੀਰਕ ਮੌਤ ਤੋਂ ਵੀ ਪਹਿਲਾਂ ਹੀ ਮਰ ਜਾਂਦੇ ਨੇ। ਇਹ ਭਾਈ ਨਾਨਕ ਨੇ ਇਹ ਗੱਲ ਯਕੀਨੀ ਤੌਰ ਤੇ ਸੱਚ ਕਹੀ ਹੈ ਕਿ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਨੂੰ ਆਪਣੇ ਅੰਦਰ ਵਸਦਾ ਵੇਖ, ਇਹਦੇ ਨਾਲ ਤੇਰਾ ਆਤਮਿਕ ਜੀਵਨ ਸੁਥਰਾ ਹੋਵੇਗਾ, ਆਤਮਿਕ ਜੀਵਨ ਮਜ਼ਬੂਤ ਹੋਵੇਗਾ, ਤੇ ਇਹੀ ਤੇਰੇ ਜੀਵਨ ਦਾ ਅਸਲੀ ਮਨੋਰਥ ਹੈ। ਆਸਾ ਮਹਿਲਾ ਪੰਜਵਾਂ। ਉਦਮ ਕਰਤ ਹੋਵੈ ਮਨ ਨਿਰਮਲ, ਨਾਚੈ ਆਪ ਨਿਵਾਰੇ, ਪੰਜ ਜਨਾਂ ਲੈ ਵਸਗਤ ਰਾਖੈ, ਮਨ ਮਹਿ ਏਕੰਕਾਰੀ। ਪਰਮਾਤਮਾ ਦਾ ਭਗਤ
ਜਿਉਂ-ਜਿਉਂ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਉਦਮ ਕਰਦਾ ਹੈ, ਉਹਦਾ ਮਨ ਪਵਿੱਤਰ ਹੁੰਦਾ ਜਾਂਦਾ ਹੈ, ਉਹਦਾ ਆਪਾ ਭਾਵ ਖਤਮ ਹੁੰਦਾ ਜਾਂਦਾ ਹੈ। ਇਹੀ ਹੈ ਉਹ ਨਾਚ ਜੋ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕੀਤਾ ਜਾ ਸਕਦਾ ਹੈ। ਪ੍ਰਮਾਤਮਾ ਦੇ ਭਗਤ ਦੇ ਲਈ ਪ੍ਰਮਾਤਮਾ ਦੀ ਸਿਫਤ ਸਲਾਹ ਹੀ ਨਾਚ ਹੈ। ਇਸੇ ਨਾਚ ਦੇ ਜ਼ਰੀਏ ਪ੍ਰਮਾਤਮਾ ਦਾ ਭਗਤ ਆਪਣੇ ਮਨ ਵਿੱਚ ਪ੍ਰਮਾਤਮਾ ਨੂੰ ਵਸਾਈ ਰੱਖਦਾ ਹੈ। ਰੱਖੈ ਮਨ ਮਹਿ ਏਕੰਕਾਰੇ, ਪੰਜ ਜਨਾਂ ਲੇ ਵਸਗਤ ਰੱਖੈ। ਤੇ ਜੋ ਪੰਜ ਕਾਮ ਆਦਿਕ ਵਿਕਾਰ ਹਨ, ਉਹਨਾਂ ਨੂੰ ਵਸ ਵਿੱਚ ਕਰੀ ਰੱਖਦਾ, ਕਾਬੂ ਕਰੀ ਰੱਖਦਾ। ਤੇਰਾ ਜਨ ਨਿਰਤ ਕਰੇ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ, ਅਨਹਦ ਸ਼ਬਦ ਵਜਾਵੈ ਰਹਾਉ। ਕਈ ਲੋਕ ਦੇਵੀ ਦੇਵਤਿਆਂ ਨੂੰ ਜਾਂ ਆਪਣੇ ਇਸ਼ਟ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਅੱਗੇ, ਉਹਨਾਂ ਦੀ ਮੂਰਤੀ ਦੇ ਅੱਗੇ ਜਾਂ ਜੋ ਵੀ ਚਿੰਨ੍ਹ ਉਹਨਾਂ ਨੇ ਬਣਾਇਆ ਹੋਇਆ ਹੈ ਆਪਣੇ ਇਸ਼ਟ ਦਾ, ਉਹਦੇ ਅੱਗੇ ਨਾਚ ਕਰਦੇ ਨੇ। ਪਰ ਹੇ ਪ੍ਰਭੂ, ਤੇਰਾ ਭਗਤ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਇਹੀ ਉਹਦੇ ਲਈ ਨਾਚ ਹੈ। ਤੇਰਾ ਜਨ ਨਿਰਤ ਕਰੇ ਗੁਣ ਗਾਵੈ, ਤੇਰੇ ਗੁਣ ਗਾਉਣੇ ਹੀ ਤੇਰੇ ਜਨ ਦੇ ਲਈ, ਤੇਰੇ ਸੇਵਕ ਦੇ ਲਈ, ਤੈਨੂੰ ਖੁਸ਼ ਕਰਨ ਦੇ ਲਈ ਕੀਤਾ ਗਿਆ ਨਾਚ ਹੈ। ਰਬਾਬ ਪਖਾਵਜ ਤਾਲ ਘੁੰਗਰੂ, ਅਨਹਦ ਸ਼ਬਦ ਵਜਾਵੈ। ਤੇਰੇ ਭਗਤ ਦੇ ਹਿਰਦੇ ਦੇ ਵਿੱਚ ਸਦਾ ਹੀ ਇੱਕ ਰਸ ਤੇਰੀ ਸਿਫਤ ਸਲਾਹ ਦਾ ਸ਼ਬਦ ਵੱਜਦਾ ਰਹਿੰਦਾ ਹੈ। ਇਹੀ ਉਹਦੇ ਵਾਸਤੇ ਰਬਾਬ, ਤਬਲਾ, ਛੈਣੇ, ਘੁੰਗਰੂ ਆਦਿਕ ਸਾਜ਼ਾਂ ਦਾ ਵੱਜਣਾ ਹੈ। ਤੈਨੂੰ ਖੁਸ਼ ਕਰਨ ਦੇ ਲਈ ਤੇਰਾ ਭਗਤ ਸਰੀਰਕ ਤੌਰ 'ਤੇ ਸਾਜ਼ ਵਜਾਉਂਦਾ ਨਹੀਂ, ਉਹਦੇ ਮਨ ਵਿੱਚ ਤੇਰੀ ਸਿਫਤ ਸਲਾਹ ਦਾ ਜੋ ਸ਼ਬਦ ਗੂੰਜ ਰਿਹਾ ਹੈ, ਉਹੀ ਸਰੀਰਕ ਤੌਰ 'ਤੇ ਵਜਾਏ ਗਏ ਸਾਜ਼ ਨੇ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ, ਰਾਮ ਨਾਮ ਜਪ ਹਿਰਦੈ ਜਾਪੈ, ਮੁਖ ਤੇ ਸਗਲ ਸੁਣਾਵੈ। ਪਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਦੇ ਨਾਲ ਪਰਮਾਤਮਾ ਦਾ ਭਗਤ ਪਹਿਲਾਂ ਆਪਣੇ ਮਨ ਨੂੰ ਮੋਹ ਦੀ ਨੀਂਦ ਵਿੱਚੋਂ ਜਗਾਉਂਦਾ ਹੈ। ਪ੍ਰਥਮੇ ਮਨ ਪ੍ਰਬੋਧੈ ਆਪਣਾ, ਪ੍ਰਬੋਧੈ ਤੋਂ ਭਾਵ ਸਮਝਾਉਣਾ, ਜਗਾਉਣਾ, ਆਪਣੇ ਮਨ ਨੂੰ ਜਗਾਉਂਦਾ ਹੈ। ਪਾਛੈ ਅਵਰ ਰਿਝਾਵੈ, ਫਿਰ ਉਹ ਹੋਰਨਾਂ ਦੇ ਅੰਦਰ ਸਿਫਤ ਸਲਾਹ ਦੀ ਰੀਝ ਪੈਦਾ ਕਰਦਾ ਹੈ। ਰਾਮ ਨਾਮ ਜਪ ਹਿਰਦੇ ਜਾਪੈ, ਮੁਖ ਤੇ ਸਗਲ ਸੁਣਾਵਾ। ਪਹਿਲਾਂ ਉਹ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ, ਫਿਰ ਉਹ ਮੁਖ ਦੇ ਨਾਲ ਹੋਰਨਾਂ ਨੂੰ ਇਹ ਜਾਪ ਸੁਣਾਉਂਦਾ ਹੈ। ਕਰ ਸੰਗ ਸਾਧੂ ਚਰਨ ਪਖਾਰੈ, ਸੰਤ ਧੂਰ ਤਨ ਲਾਗੈ, ਮਨ ਤਨ ਅਰਪ ਧਰੇ ਗੁਰ ਆਗੈ, ਸਤ ਪਦਾਰਥ ਪਾਵੈ। ਪਰਮਾਤਮਾ ਦਾ ਸੇਵਕ ਆਪਣੇ ਹੱਥਾਂ ਦੇ ਨਾਲ ਗੁਰਮੁਖਾਂ ਦੇ ਪੈਰ ਧੋਂਦਾ ਹੈ, ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਸਰੀਰ ਉੱਤੇ ਲਾਉਂਦਾ ਹੈ, ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ, ਆਪਣਾ ਸਰੀਰ ਗੁਰੂ ਦੇ ਹਵਾਲੇ ਕਰਦਾ ਹੈ ਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ ਹਰੀ ਨਾਮ ਪ੍ਰਾਪਤ ਕਰਦਾ ਹੈ। ਜੋ ਜੋ ਸੁਨੈ ਵੇਖੈ ਲਾਏ ਸ਼ਰਦਾ, ਤਾਂ ਕਾ ਜਨਮ ਮਰਨ ਦੁਖ ਭਾਗੈ, ਐਸੀ ਨਿਰਤ ਨਰਕ ਨਿਵਾਰੈ, ਨਾਨਕ ਗੁਰਮੁਖ ਜਾਗੈ। ਹੇ ਨਾਨਕ, ਪਰਮਾਤਮਾ ਦੀ ਸਿਫਤ ਸਲਾਹ ਇੱਕ ਐਸਾ ਨਾਚ ਹੈ ਜਿਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ, ਉਸ ਦੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ। ਅਜਿਹਾ ਨਾਚ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਨੂੰ ਨਰਕਾਂ ਤੋਂ ਬਚਾ ਲੈਂਦਾ ਹੈ। ਇਸ ਨਾਚ ਦੀ ਬਰਕਤ ਦੇ ਨਾਲ ਉਹ ਮੋਹ ਦੀ ਨੀਂਦ 'ਚੋਂ ਜਾਗ ਪੈਂਦਾ ਹੈ। ਆਸਾ ਮਹਿਲਾ ਪੰਜਵਾਂ। ਅਦਮ ਚੰਡਾਲੀ ਭਈ ਬ੍ਰਹਮਣੀ, ਸ਼ੁੱਧੀ ਤੇ ਸ੍ਰਿਸ਼ਟਾਈ ਰੇ, ਪਾਤਾਲੀ ਆਕਾਸ਼ੀ ਸਖਣੀ, ਲਹਿਬਰ ਬੂਝੀ ਖਾਈ ਰੇ। ਅਦਮ ਤੋਂ ਭਾਵ ਨੀਚ, ਲਹਿਬਰ ਤੋਂ ਭਾਵ ਅੱਗ ਦੀ ਲਾਟ। ਗੁਰੂ ਸਾਹਿਬ ਕਹਿੰਦੇ, ਹੇ ਭਾਈ, ਨਾਮ ਅੰਮ੍ਰਿਤ ਦੀ ਬਰਕਤ ਦੇ ਨਾਲ ਅਤ ਨੀਚ ਚੰਡਾਲਨ ਵਿਰਤੀ ਮਾਨੋ ਬ੍ਰਾਹਮਣੀ ਬਣ ਗਈ। ਉਹ ਗੱਲ ਵੱਖਰੀ ਹੈ ਕਿ ਵਿਕਾਰਾਂ ਦੇ ਵਿੱਚ ਫਸ ਕੇ ਬ੍ਰਾਹਮਣਾਂ ਨੇ ਲੋਕਾਂ ਨੂੰ ਲੁੱਟਣ ਦਾ ਕੰਮ ਸ਼ੁਰੂ ਕੀਤਾ, ਲੇਕਿਨ ਜੋ ਅਸਲੀ ਬ੍ਰਾਹਮਣ ਹੈ ਉਹ ਵਿਰਤੀ ਦਾ ਬੜਾ ਸਾਫ਼ ਸੁਥਰਾ ਹੈ। ਬ੍ਰਾਹਮਣੀ ਵਿਰਤੀ ਭਾਵ ਉਹ ਵਿਰਤੀ ਜੋ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਹੈ, ਉਹ ਸੁਰਤ ਜੋ ਪ੍ਰਮਾਤਮਾ ਦੇ ਵਿੱਚ ਖੁੱਭੀ ਹੋਈ ਹੈ। ਸੋ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦੀ ਬਰਕਤ ਦੇ ਨਾਲ ਜੋ ਨੀਚ ਵਿਰਤੀ ਹੈ ਉਹ ਵੀ ਬ੍ਰਾਹਮਣੀ ਵਿਰਤੀ ਹੋ ਜਾਂਦੀ ਹੈ। ਜੋ ਸ਼ੂਦਰਨੀ ਹੈ
ਉਹ ਉੱਚੀ ਕੁੱਲ ਵਾਲੀ ਹੋ ਜਾਂਦੀ ਹੈ। ਇੱਥੇ ਕੋਈ ਜਾਤ ਪਾਤ ਨੂੰ ਵਧਾਵਾ ਨਹੀਂ ਦਿੱਤਾ ਗਿਆ, ਸਿਰਫ ਇੱਕ ਸੰਦਰਭ ਦੇ ਤੌਰ ਤੇ ਵਰਤਿਆ ਗਿਆ, ਇਹ ਦੱਸਣ ਦੇ ਲਈ ਕਿ ਨਾਮ ਅੰਮ੍ਰਿਤ ਦੀ ਬਰਕਤ ਦੇ ਨਾਲ ਨੀਵਾਂ ਉੱਚਾ ਹੋ ਜਾਂਦਾ ਹੈ, ਨੀਵੀਂ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਪਤਾਲੀ ਆਕਾਸ਼ੀ ਸੱਖਣੀ ਲਹਿਬਰ ਬੂਝੀ ਖਾਈ ਰੇ। ਜਿਹੜੀ ਬਿਰਤੀ ਪਹਿਲਾਂ ਪਾਤਾਲ ਤੋਂ ਲੈ ਕੇ ਆਕਾਸ਼ ਤੱਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਵੀ ਭੁੱਖੀ ਰਹਿੰਦੀ ਸੀ, ਉਹਦੀ ਤ੍ਰਿਸ਼ਨਾ ਦੀ ਅੱਗ ਦੀ ਲਾਟ ਬੁਝ ਗਈ। ਕਾਹਦੇ ਨਾਲ? ਨਾਮ ਅੰਮ੍ਰਿਤ ਦੀ ਬਰਕਤ ਦੇ ਨਾਲ। ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ। ਅੱਜ ਕੈ ਵਸ ਗੁਰ ਕੀਨੋ ਕੇਹਰ, ਕੂਕਰ ਤਿਨੈ ਲਗਾਈ ਰੇ। ਰਹਾਉ। ਇਹਨਾਂ ਪੰਕਤੀਆਂ ਦੇ ਵਿੱਚ ਮਨੁੱਖ ਦੀ ਬਿਰਤੀ ਨੂੰ ਬਿੱਲੀ ਕਿਹਾ ਗਿਆ। ਬਿੱਲੀ ਦੀ ਫਿਤਰਤ ਹੈ ਕਿ ਚੂਹਾ ਵੇਖ ਕੇ ਉਹਨੇ ਉਹਦੇ ਤੇ ਝਪਟਣਾ ਹੈ, ਉਹਨੂੰ ਖਾ ਜਾਣਾ, ਬੇਸ਼ੱਕ ਰੱਜੀ ਕਿਉਂ ਨਾ ਹੋਵੇ। ਚੂਹਾ ਵੇਖ ਕੇ ਉਹਦੇ ਮਨ ਦੇ ਵਿੱਚ ਇੱਕ ਵਾਰ ਲਾਲਚ ਜ਼ਰੂਰ ਆਏਗਾ ਕਿ ਇਹਨੂੰ ਮੈਂ ਮਾਰ ਲਵਾਂ, ਪੇਟ ਦੇ ਵਿੱਚ ਜਗ੍ਹਾ ਨਾ ਵੀ ਹੋਈ ਤੇ ਥੋੜ੍ਹੀ ਦੇਰ ਨੂੰ ਖਾ ਲਵਾਂਗੀ, ਪਰ ਇੱਕ ਲਾਲਚ ਦੀ ਬਿਰਤੀ ਉਹਦੇ ਅੰਦਰ ਹੈ। ਹੋਰ ਜਾਨਵਰਾਂ ਦੀ ਉਦਾਹਰਣ ਵੀ ਇਹਨਾਂ ਪੰਕਤੀਆਂ ਦੇ ਵਿੱਚ ਹੈ। ਅੱਜ ਤੋਂ ਭਾਵ ਬੱਕਰੀ, ਕਿਹਰ ਤੋਂ ਭਾਵ ਸ਼ੇਰ, ਕੂਕਰ ਤੋਂ ਭਾਵ ਕੁੱਤਾ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਮਨੁੱਖ ਨੂੰ ਗੁਰੂ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ, ਉਹਦੀ ਜਿਹੜੀ ਸੰਤੋਖਹੀਣ ਬਿਰਤੀ, ਬਿੱਲੀ ਵਰਗੀ ਬਿਰਤੀ ਸੀ, ਉਹ ਹੋਰ ਕਿਸਮ ਦੀ ਸਿੱਖਿਆ ਲੈ ਲੈਂਦੀ ਹੈ। ਉਹ ਦੁਨੀਆ ਦੇ ਪਦਾਰਥ ਵੇਖ ਕੇ ਲਾਲਚ ਕਰਨ ਨੂੰ ਸੰਗਣ ਲੱਗਦੀ ਹੈ। ਜਿਵੇਂ ਕਿ ਬਿੱਲੀ ਦੀ ਫਿਤਰਤ ਹੈ ਚੂਹੇ ਨੂੰ ਵੇਖ ਕੇ ਲਾਲਚ ਦੇ ਵਿੱਚ ਆ ਜਾਣਾ, ਜਿਸ ਮਨੁੱਖ ਦੀ ਬਿਰਤੀ ਸੰਤੋਖਹੀਣ ਹੈ ਉਹਦੀ ਫਿਤਰਤ ਹੋਏਗੀ ਦੁਨਿਆਵੀ ਪਦਾਰਥ ਵੇਖ ਕੇ ਲਾਲਚ ਦੇ ਵਿੱਚ ਆ ਜਾਣਾ ਕਿ ਇਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਇੱਥੋਂ ਵੀ ਕੁਝ ਖੱਟ ਲਵਾਂ, ਉੱਥੋਂ ਵੀ ਕੁਝ ਖੱਟ ਲਵਾਂ। ਨਾਮ ਅੰਮ੍ਰਿਤ ਪੀ ਲਿਆ ਤਾਂ ਇਹ ਜੋ ਲਾਲਚੀ ਬਿੱਲੀ ਰੂਪ ਬਿਰਤੀ ਸੀ ਉਹ ਸਿੱਧੀ ਹੋ ਜਾਂਦੀ ਹੈ, ਉਹਦੇ ਵਿੱਚੋਂ ਲਾਲਚ ਖਤਮ ਹੋ ਜਾਂਦਾ ਹੈ, ਉਹ ਦੁਨਿਆਵੀ ਪਦਾਰਥ ਦੇਖ ਕੇ ਲਲਚਾਉਣੋਂ ਹਟ ਜਾਂਦੀ ਹੈ। ਅੱਜ ਕੈ ਵਸ ਗੁਰ ਕੀਨੋ ਕੇਹਰ। ਗੁਰੂ ਸਾਹਿਬ ਕਹਿੰਦੇ ਕਿ ਗੁਰੂ ਨੇ ਸ਼ੇਰ ਨੂੰ ਬੱਕਰੀ ਦੇ ਵੱਸ ਕਰ ਦਿੱਤਾ। ਸ਼ੇਰ ਜੋ ਹੰਕਾਰ ਹੈ ਤੇ ਬੱਕਰੀ ਨਿਮਰਤਾ, ਭਾਵ ਕਿ ਗੁਰੂ ਨੇ ਇਨਸਾਨ ਦੇ ਹੰਕਾਰ ਨੂੰ ਨਿਮਰਤਾ ਦੇ ਅਧੀਨ ਕਰ ਦਿੱਤਾ। ਕੂਕਰ ਤਿਨੈ ਲਗਾਈ ਰੇ। ਤਿਨੈ ਤੋਂ ਭਾਵ ਘਾਹ, ਤੇ ਕੁੱਤੇ ਨੂੰ ਘਾਹ ਖਾਣ ਲਾ ਦਿੱਤਾ, ਭਾਵ ਕਿ ਜੋ ਤਮੋ ਗਿਣੀ ਇੰਦਰੀਆਂ ਸਨ ਉਹਨਾਂ ਨੂੰ ਸਤੋ ਗੁਣੀ ਪਾਸੇ ਲਗਾ ਦਿੱਤਾ। ਬਾਜ ਥੂਨੀਆਂ ਛਪਰਾ ਥਾਮਿਆ, ਨੀਗਰਿਆ ਘਰ ਪਾਇਆ ਰੇ। ਬਿਨ ਜੜੀਏ ਲੈ ਜੜਿਓ ਜੜਾਵਾ, ਥੇਵਾ ਅਚਰਜ ਲਾਇਆ। ਥੂਨੀਆਂ ਤੋਂ ਭਾਵ ਥੰਮੀਆਂ। ਜੜੀਆ ਜਾਣੀ ਸੁਨਿਆਰਾ, ਜੜਾਵਾ ਜਾਣੀ ਜੜਾਊ ਗਹਿਣਾ, ਨੀਗਰਿਆ ਤੋਂ ਭਾਵ ਭਟਕਦਾ ਫਿਰਦਾ। ਸੋ ਬਾਜ ਥੂਨੀਆਂ ਛਪਰਾ ਥਾਮਿਆ, ਨੀਗਰਿਆ ਘਰ ਪਾਇਆ ਰੇ। ਆਮ ਤੌਰ ਤੇ ਜੋ ਮਨੁੱਖ ਹੈ ਦੁਨਿਆਵੀ ਪਦਾਰਥਾਂ ਨੂੰ ਆਪਣੇ ਜੀਵਨ ਦੀ ਬੁਨਿਆਦ ਸਮਝਦਾ ਹੈ। ਇਹ ਮੰਨ ਕੇ ਚੱਲਦਾ ਹੈ ਕਿ ਦੁਨਿਆਵੀ ਪਦਾਰਥਾਂ ਤੋਂ ਬਿਨਾਂ, ਉਹਨਾਂ ਦੇ ਮੋਹ ਤੋਂ ਬਿਨਾਂ ਉਹਦਾ ਜੀਵਨ ਚੱਲ ਨਹੀਂ ਸਕਦਾ। ਜੇ ਇਹ ਕਹਿ ਲਈਏ ਕਿ ਜੀਵਨ ਇੱਕ ਇਮਾਰਤ ਹੈ ਤੇ ਦੁਨਿਆਵੀ ਪਦਾਰਥਾਂ ਨੂੰ ਮਨੁੱਖ ਉਸ ਇਮਾਰਤ ਨੂੰ ਖੜੀ ਰੱਖਣ ਵਾਲੀਆਂ ਥੰਮੀਆਂ ਮੰਨਦਾ। ਗੁਰੂ ਸਾਹਿਬ ਕਹਿੰਦੇ ਬਾਜ ਥੂਨੀਆਂ ਛਪਰਾ ਥਾਮਿਆ। ਜਦੋਂ ਤੁਸੀਂ ਨਾਮ ਅੰਮ੍ਰਿਤ ਪੀ ਲਿਆ ਤੇ ਤੁਸੀਂ ਇਹਨਾਂ ਥੰਮੀਆਂ ਤੋਂ ਬਿਨਾਂ ਹੀ ਆਪਣੇ ਜੀਵਨ ਦੀ ਇਮਾਰਤ ਨੂੰ ਖੜਾ ਰੱਖ ਲੈਂਦੇ ਹੋ, ਦੁਨਿਆਵੀ ਪਦਾਰਥਾਂ ਦੀਆਂ ਆਸਾਂ ਛੱਡ ਦਿੰਦੇ ਹੋ। ਨੀਗਰਿਆ ਘਰ ਪਾਇਆ ਰੇ। ਜੋ ਤੁਹਾਡਾ ਮਨ ਭਟਕਦਾ ਸੀ ਉਹਨੂੰ ਟਿਕਾਣਾ ਲੱਭ ਜਾਂਦਾ ਹੈ। ਬਿਨ ਜੜੀਏ ਲੈ ਜੜਿਓ ਜੜਾਵਾ, ਥੇਵਾ ਅਚਰਜ ਲਾਇਆ ਰੇ। ਕਾਰੀਗਰ ਸੁਨਿਆਰਿਆਂ ਦੀ ਸਹਾਇਤਾ ਤੋਂ ਬਿਨਾਂ ਹੀ ਉਹਦੇ ਮਨ ਦਾ ਜੜਾਊ ਗਹਿਣਾ ਤਿਆਰ ਹੋ ਜਾਂਦਾ ਹੈ। ਉਸ ਮਨ ਗਹਿਣੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਜਾਂਦਾ ਹੈ। ਦਾਦੀ ਦਾਦ ਨਾ ਪਹੁੰਚਨ ਹਾਰਾ, ਚੂਪੀ ਨਿਰਨੋ ਪਾਇਆ ਰੇ। ਮਾਲ ਦੁਲੀਚੈ ਬੈਠੀ ਲੈ ਮਿਰਤਕ, ਨੈਣ ਦਿਖਾਲਣ ਧਾਇਆ ਰੇ। ਹੇ ਭਾਈ, ਪਰਮਾਤਮਾ ਦੇ ਚਰਨਾਂ ਤੋਂ ਵਿਛੜ ਕੇ ਨਿਤ ਗਿਲੇ ਕਰਨ ਵਾਲਾ ਆਪਣਾ ਮਨ ਇੱਛਤ ਇਨਸਾਫ ਕਦੇ ਵੀ ਪ੍ਰਾਪਤ ਨਹੀਂ ਸੀ ਕਰ ਸਕਦਾ, ਪਰ ਹੁਣ ਜਦੋਂ ਨਾਮ ਅੰਮ੍ਰਿਤ ਮਿਲ ਗਿਆ
ਤਾਂ ਸ਼ਾਂਤ ਚਿੱਤ ਹੋਏ ਨੂੰ ਇਨਸਾਫ ਮਿਲਣ ਲੱਗ ਗਿਆ। ਇਹ ਯਕੀਨ ਬਣ ਗਿਆ ਕਿ ਪ੍ਰਮਾਤਮਾ ਜੋ ਕੁਝ ਵੀ ਕਰਦਾ ਹੈ ਠੀਕ ਕਰਦਾ ਹੈ, ਕੋਈ ਗਿਲਾ ਸ਼ਿਕਵਾ ਨਹੀਂ ਰਿਹਾ। ਨਾਮ ਅੰਮ੍ਰਿਤ ਦੀ ਬਰਕਤ ਨਾਲ ਮਨੁੱਖ ਦਾ ਪਹਿਲਾਂ ਹੋਰਨਾਂ ਨੂੰ ਘੂਰਨ ਵਾਲਾ ਸੁਭਾਅ ਮੁੱਕ ਗਿਆ। ਦਲੀਚੇ ਮੱਲ ਕੇ ਬੈਠਣ ਵਾਲੀ ਹੰਕਾਰ ਭਰੀ ਬਿਰਤੀ ਉਸ ਨੂੰ ਹੁਣ ਆਤਮਿਕ ਮੌਤ 'ਤੇ ਮਰੀ ਹੋਈ ਦਿਸਣ ਲੱਗ ਪਈ। ਜੋ ਹੰਕਾਰੀ ਬਿਰਤੀ ਸੀ ਉਹਨੂੰ ਆਤਮਿਕ ਮੌਤ ਜਾਪਣ ਲੱਗ ਪਈ। ਇਸ ਕਰਕੇ ਉਹਨੇ ਉਸ ਨੂੰ ਛੱਡ ਦਿੱਤਾ। ਸੋਈ ਅਜਾਨ ਕਹੈ ਮੈਂ ਜਾਨਾ, ਜਾਣਨ ਹਾਰ ਨਾ ਸ਼ਾਨਾ ਰੇ, ਕਹੋ ਨਾਨਕ ਗੁਰ ਅਮਿਓ ਪਿਆਇਆ, ਰਸਕ ਰਸਕ ਬਿਗਸਾਨਾ ਰੇ। ਇਹ ਭਾਈ, ਜਿਹੜਾ ਮਨੁੱਖ ਨਿਰਾ ਜ਼ਬਾਨੀ ਆਖਦਾ ਹੈ ਕਿ ਮੈਂ ਆਤਮਿਕ ਜੀਵਨ ਦੇ ਭੇਤ ਨੂੰ ਸਮਝ ਲਿਆ, ਉਹ ਅਜੇ ਮੂਰਖ ਹੈ, ਕਿਉਂਕਿ ਜਿਨੇ ਸਮਝ ਲਿਆ ਉਹ ਇਸ ਗੱਲ ਦਾ ਢੰਡੋਰਾ ਨਹੀਂ ਪਿੱਟੇਗਾ। ਜਿਸਨੇ ਸੱਚਮੁੱਚ ਆਤਮਿਕ ਜੀਵਨ ਨੂੰ, ਨਾਮ ਰਸ ਨੂੰ ਸਮਝ ਲਿਆ, ਉਹ ਕਦੇ ਗੁੱਝਾ ਨਹੀਂ ਰਹਿੰਦਾ। ਉਹ ਮੁੱਖ ਤੋਂ ਬੋਲ ਕੇ ਨਹੀਂ ਦੱਸੇਗਾ, ਉਹਦਾ ਆਤਮਿਕ ਜੀਵਨ ਉਹਦੇ ਮੁੱਖ ਤੋਂ ਆਪੇ ਹੀ ਝਲਕੇਗਾ। ਹੇ ਨਾਨਕ ਆਖ, ਜਿਸ ਨੂੰ ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪਿਲਾ ਦਿੱਤਾ ਹੈ, ਉਹ ਇਸ ਨਾਮ ਜਲ ਦਾ ਸਵਾਦ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ, ਬਿਗਸਿਆ ਰਹਿੰਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 381ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਪਹਿਲੀ ਸਿੱਖਿਆ ਅਸੀਂ ਹਾਸਲ ਕੀਤੀ ਕਿ ਕਿਵੇਂ ਧਾਰਮਿਕ ਤੌਰ 'ਤੇ ਭੇਖੀ ਨਹੀਂ ਬਣਨਾ ਚਾਹੀਦਾ। ਜੇ ਪਰਮਾਤਮਾ ਦੇ ਭਗਤ ਬਣੀਏ ਤੇ ਸੱਚੇ ਭਗਤ ਬਣੀਏ, ਸੱਚੀ ਭਗਤੀ ਕਰੀਏ, ਇੰਜ ਨਾ ਕਰੀਏ ਕਿ ਸੱਪ ਦੀ ਲੀਹ ਕੁੱਟੀ ਜਾਈਏ, ਸੱਪ ਨੂੰ ਮਾਰੀਏ। ਅਸਲ ਭਗਤ ਬਣੀਏ, ਸਿਰਫ ਭਗਤੀ ਦਾ ਵਿਖਾਵਾ ਨਾ ਕਰੀਏ। ਨਾਮ ਅੰਮ੍ਰਿਤ ਬਹੁਤ ਤਾਕਤਵਰ, ਬਹੁਤ ਬਲਵਾਨ ਹੈ। ਇਹਦੀ ਬਰਕਤ ਦੇ ਨਾਲ ਸਾਡਾ ਨਿਗਰਿਆ ਹੋਇਆ ਆਤਮਿਕ ਜੀਵਨ ਵੀ ਬਹੁਤ ਉੱਚਾ ਉੱਠ ਜਾਂਦਾ ਹੈ। ਇਸ ਨਾਮ ਅੰਮ੍ਰਿਤ ਨੂੰ ਗੁਰੂ ਦੇ ਲੜ ਲੱਗ ਕੇ ਅਸੀਂ ਹਾਸਲ ਕਰੀਏ। ਅਸਲੀ ਆਤਮਿਕ ਜੀਵਨ ਜਦੋਂ ਸਾਡਾ ਬਣ ਗਿਆ, ਆਤਮਿਕ ਤੌਰ 'ਤੇ ਜਦੋਂ ਅਸੀਂ ਜਿਉਣ ਲੱਗ ਗਏ, ਤੇ ਸਾਨੂੰ ਆਪਣੇ ਮੁਖ ਤੋਂ ਕਿਸੇ ਨੂੰ ਦੱਸਣਾ ਨਹੀਂ ਪਏਗਾ। ਸਾਡਾ ਉਹ ਆਤਮਿਕ ਜੀਵਨ ਸਾਡੇ ਮੁਖ ਤੋਂ ਆਪਣੇ ਆਪ ਹੀ ਝਲਕੇਗਾ। ਸੋ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।